ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਬਹੁਤ ਹੀ ਇੰਪੋਰਟੈਂਟ ਸੀਰੀਜ਼ ਜੋ ਕਿ ਹੈ ਕੰਪਿਊਟਰ। ਅੱਜ ਦੇ ਟਾਈਮ 'ਚ ਆਪਾਂ ਪੰਜਾਬ ਦਾ ਕੋਈ ਵੀ ਐਗਜ਼ਾਮ ਕਲੀਅਰ ਕਰਨਾ ਹੈ ਤਾਂ ਉਹਦੇ ਲਈ ਆਪਾਂ ਨੂੰ ਕੰਪਿਊਟਰ ਦੀ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਚਾਹੇ ਉਹ ਕੋਈ ਵੀ ਐਗਜ਼ਾਮ ਹੋਵੇ, ਪਟਵਾਰੀ ਹੋਵੇ, ਕੋਆਪਰੇਟਿਵ ਬੈਂਕ ਹੋਵੇ, ਪੀਐਸਪੀਸੀਐਲ ਹੋਵੇ, ਪੀਐਸਟੀਸੀਐਲ ਹੋਵੇ ਜਾਂ ਪੁਲਿਸ ਦਾ ਵੀ ਕੋਈ ਵੀ ਐਗਜ਼ਾਮ ਹੋਵੇ, ਜਿਵੇਂ ਕਿ ਸਬ ਇੰਸਪੈਕਟਰ ਦੇ ਵਿੱਚ ਤਾਂ ਕੰਪਿਊਟਰ ਦੇ 30 ਕੁਐਸਚਨ ਆਣੇ। ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਸਬ ਇੰਸਪੈਕਟਰ ਦੇ ਪੇਪਰ ਦੀ ਬੈਕਬੋਨ ਕੀ ਹੈ? ਕੰਪਿਊਟਰ। ਹੁਣ ਜਿਵੇਂ ਅੱਗੇ ਵੀ ਕੋਈ ਵੀ ਐਗਜ਼ਾਮ ਆ ਰਿਹਾ ਹੈ, ਜਿਵੇਂ ਦੇਖੋ ਕੋਆਪਰੇਟਿਵ ਬੈਂਕ ਦੇ ਵਿੱਚ 15 ਨੰਬਰ ਦਾ ਕੰਪਿਊਟਰ ਆਣਾ ਹੈ, ਤਾਂ ਇੱਕ ਤਰ੍ਹਾਂ ਮੈਂ ਕਹਿ ਸਕਦਾ ਵੀ ਇੱਕ ਤਾਂ ਕੋਆਪਰੇਟਿਵ ਬੈਂਕ ਦੇ ਪੇਪਰ ਦਾ ਡਿਸਾਈਡਿੰਗ ਫੈਕਟਰ ਕੀ ਹੋਊਗਾ? ਕੰਪਿਊਟਰ। ਜੇ ਤੁਹਾਨੂੰ ਕੰਪਿਊਟਰ ਦੀ ਨੌਲੇਜ ਨਹੀਂ ਹੈਗੀ ਤਾਂ ਸਮਝ ਲਓ ਇੱਕ ਤਰ੍ਹਾਂ ਤੁਸੀਂ ਕੰਪਿਊਟਰ ਪੇਪਰ ਦੀ ਰੇਸ ਦੇ ਵਿੱਚੋਂ ਪਹਿਲੀ ਬਾਹਰ ਹੋ ਗਏ। ਹੁਣ ਜੇ ਮੈਂ ਆਪਣੇ ਬਾਰੇ ਵੀ ਤੁਹਾਨੂੰ ਦੱਸਦਾ, ਮੇਰੇ ਵੀ ਬਹੁਤ ਸਾਰੇ ਐਗਜ਼ਾਮ ਕਲੀਅਰ ਹੈ, ਜਿਵੇਂ ਕਿ ਪਟਵਾਰੀ, ਕੋਆਪਰੇਟਿਵ ਬੈਂਕ, ਪੀਐਸਪੀਸੀਐਲ, ਪੀਐਸਟੀਸੀਐਲ, ਅਸਿਸਟੈਂਟ ਜੇਲ੍ਹ ਸੁਪਰਡੈਂਟ। ਮੈਂ ਇਕੱਲੇ ਐਗਜ਼ਾਮ ਕਲੀਅਰ ਕੀਤੇ ਨਹੀਂ, ਮੈਂ ਟੌਪ 10, ਟੌਪ 20, ਟੌਪ 50 ਮਤਲਬ ਕਿਸੇ ਟੌਪ 20 ਦੇ ਵਿੱਚ ਆਇਆ ਨਾ। ਤੇ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ ਦੱਸ ਸਕਦਾ ਵੀ ਬੱਚਾ ਕਿੱਥੇ ਮਾਰ ਖਾਂਦਾ ਹੈ, ਕੰਪਿਊਟਰ ਦੇ ਵਿੱਚ ਕਿੱਥੇ ਮਾਰ ਖਾਊਗਾ ਬੱਚਾ। ਹੁਣ ਇਸ ਦੇ ਵਿੱਚ ਆਪਾਂ ਕੀ ਟੌਪਿਕ ਕਵਰ ਕਰਾਂਗੇ, ਇਹ ਸਭ ਤੁਸੀਂ ਮੇਰੇ ਤੇ ਛੱਡ ਦਿਓ। 1 ਬਾਈ 1 ਆਪਾਂ ਸਾਰੇ ਪੱਤੇ ਤੁਹਾਡੇ ਸਾਹਮਣੇ ਖੋਲੀ ਜਾਵਾਂਗੇ। ਜਿਵੇਂ ਕਿ ਕਿਹੜਾ ਟੌਪਿਕ ਆਪਾਂ ਪਹਿਲਾਂ ਕਰਨਾ। ਹੁਣ ਜਿਵੇਂ ਆਮ ਤੁਸੀਂ ਪੜ੍ਹਦੇ ਹੋ ਨਾ ਵੀ ਜਨਰੇਸ਼ਨ ਆਫ ਕੰਪਿਊਟਰ ਸਟਾਰਟ ਕਰ, ਸਭ ਤੋਂ ਬੋਰਿੰਗ ਟੌਪਿਕ ਆਪਾਂ ਕਹਿ ਦਾਂਗੇ ਕੰਪਿਊਟਰ ਕੀ ਜਨਰੇਸ਼ਨ ਆਫ ਕੰਪਿਊਟਰ। ਲੋਕ ਸਟਾਰਟ ਕਰਨੇ ਵੀ ਪਹਿਲੀ ਜਨਰੇਸ਼ਨ ਦੇ ਵਿੱਚ ਇਹ ਸੀ, ਦੂਜੀ ਦੇ ਵਿੱਚ ਇਹ ਸੀ। ਆਪਾਂ ਸਿਰਫ ਤੁਹਾਨੂੰ ਉਹੀ ਚੀਜ਼ ਪੜ੍ਹਾਉਣੀ ਹੈ ਜੋ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਮਤਲਬ ਕੀਮਤੀ ਹੋਵੇ ਜਾਂ ਇੰਪੋਰਟੈਂਟ ਹੋਵੇ। ਸਿਰਫ ਉਹੀ ਚੀਜ਼ਾਂ ਪੜ੍ਹਨੀਆਂ ਨੇ, ਇਹ ਨਹੀਂ ਵੀ ਫਾਲਤੂ ਕੰਪਿਊਟਰ ਪੜ੍ਹਨਾ। ਤੇ ਹਾਂ, ਜੇ ਤੁਸੀਂ ਇੱਥੋਂ ਕੰਪਿਊਟਰ ਕਰ ਲਿਆ, ਤੁਹਾਨੂੰ ਪੰਜਾਬ ਦੇ ਕਿਸੇ ਵੀ ਹੋਰ ਪਲੇਟਫਾਰਮ ਜਾਂ ਚੈਨਲ ਤੋਂ ਕੰਪਿਊਟਰ ਕਰਨ ਦੀ ਲੋੜ ਨਹੀਂ ਹੋਊਗੀ। ਇੱਥੇ ਅਸੀਂ ਤੁਹਾਨੂੰ ਜਿਵੇਂ ਆਮ ਤੌਰ ਤੇ ਬੱਚੇ ਪੁੱਛਦੇ ਆ ਵੀ ਤੁਸੀਂ ਕੰਪਿਊਟਰ 'ਚ ਕੀ ਕਰਾਓਗੇ, ਇਕੱਲੀ ਥਿਓਰੀ ਕਰਾਓਗੇ ਕਿ ਐਮਸੀਕਿਊ ਕਰਾਓਗੇ। ਇੱਥੇ ਆਪਾਂ ਤੁਹਾਨੂੰ ਥਿਓਰੀ ਵੀ ਕਰਵਾਵਾਂਗੇ, ਨਾਲ ਐਮਸੀਕਿਊ ਵੀ ਕਰਵਾਵਾਂਗੇ, ਤੇ ਨਾਲ ਇਸ ਕਾਬਿਲ ਵੀ ਬਣਾਵਾਂਗੇ ਵੀ ਪੇਪਰ ਦੇ ਵਿੱਚ ਕੋਈ ਹੋਰ ਕੁਐਸਚਨ ਆ ਗਿਆ ਤਾਂ ਤੁਸੀਂ ਦੇਖ ਕੇ ਦੱਸ ਸਕਦੇ ਹੋ ਵੀ ਇਹ ਤਾਂ ਆਨਸਰ ਹੋ ਨਹੀਂ ਸਕਦਾ। ਮਤਲਬ ਤੁਸੀਂ ਹਿੱਟ ਐਂਡ ਟਰਾਈ ਜਾਂ ਖੁਦ ਵੀ ਇਸ ਜੋਗੇ ਹੋ ਜਾਓਗੇ ਵੀ ਤੁਸੀਂ ਖੁਦ ਕੰਪਿਊਟਰ ਸੋਲਵ ਕਰਨਾ। ਇੱਥੋਂ ਮੈਂ ਤਾਂ ਇਹ ਵੀ ਕਹਿਣਾ ਵੀ ਜੇ ਤੁਸੀਂ ਕੰਪਿਊਟਰ ਦੀ ਮੇਰੀ ਸਾਰੀ ਕਲਾਸਿਸ ਲਗਾ ਲਈ, ਤੁਸੀਂ ਖੁਦ ਵੀ ਕੰਪਿਊਟਰ ਪੜ੍ਹਾ ਸਕਦੇ ਹੋ। ਕਿਉਂ ਆਮ ਤੌਰ ਤੇ ਬੱਚੇ ਕੀ ਕਰਦੇ ਆ, ਸਿਰਫ ਐਮਸੀਕਿਊ ਪੜ੍ਹ ਲੈਂਦੇ, ਕੋਈ ਬੁੱਕ ਤੋਂ ਕੁਐਸਚਨ 10 ਵੀ ਪੜ੍ਹ ਲੈਂਦੇ ਨੇ ਤੇ ਸਾਹਮਣੇ ਪੇਪਰ ਦੇ ਵਿੱਚ ਆਪਾਂ ਉਤਰ ਜਾਂਦੇ ਹਾਂ। ਹੁਣ ਉਹਦੇ ਵਿੱਚ ਕੋਈ ਨਵੀਂ ਟਰਮ ਆ ਗਈ ਤੇ ਜਦੋਂ ਉਹਦੇ ਬਾਰੇ ਨੌਲੇਜ ਹੀ ਨਹੀਂ, ਆਪਾਂ ਉਹਦਾ ਆਨਸਰ ਕਿਵੇਂ ਦੇ ਦਾਂਗੇ? ਚਲੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ। ਆਪਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੰਪਿਊਟਰ। ਤਾਂ ਕੰਪਿਊਟਰ ਜੋ ਵੀ ਹੈ ਆਪਣੇ ਕਿਸ ਲੈਂਗੁਏਜ ਤੇ ਵਰਕ ਕਰਦਾ ਹੈ? ਇਹ ਵਰਕ ਕਰਦਾ ਹੈ ਬਾਈਨਰੀ ਲੈਂਗੁਏਜ ਉੱਤੇ। ਇਹਦੇ ਉੱਤੇ ਵਰਕ ਕਰਦਾ ਹੈ ਬਾਈਨਰੀ ਲੈਂਗੁਏਜ। ਬਾਈਨਰੀ ਦਾ ਕੀ ਮਤਲਬ? ਬਾਈਨਰੀ ਦਾ ਮਤਲਬ ਹੁੰਦਾ ਹੈ 0 ਜਾਂ 1। ਮਤਲਬ ਕੰਪਿਊਟਰ ਨੂੰ ਜਿਹੜੀ ਭਾਸ਼ਾ ਸਮਝ ਆਉਂਦੀ ਹੈ ਉਹ 0 ਜਾਂ 1 ਦੀ ਫਾਰਮ ਸਮਝ ਆਉਂਦੀ ਹੈ। ਹੁਣ ਜਿਵੇਂ ਆਪਾਂ ਗੱਲ ਕਰੀਏ 0 ਜਾਂ 1 ਫਾਰਮ, ਆ 0 ਜਾਂ 1 ਨੂੰ ਹੀ ਆਪਾਂ ਕੀ ਕਹਿੰਦੇ ਆ? ਇਹਨੂੰ ਆਪਾਂ ਕਹਿੰਦੇ ਆ ਬਿਟ। ਆ 0 ਜਾਂ 1 ਕੀ ਹੈ? ਬਿਟ। ਮਤਲਬ ਕੰਪਿਊਟਰ ਦੇ ਵਿੱਚ ਆਪਾਂ ਜੋ ਵੀ ਇੰਸਟਰਕਸ਼ਨ ਦਿੰਦੇ ਆ ਉਹ ਕਿਸ ਫਾਰਮ ਦਿੰਦੇ ਆ? ਬਿਟ ਦੀ ਫਾਰਮ। ਜਿਵੇਂ ਕਿ ਜੇ ਆਪਾਂ ਗੱਲ ਕਰੀਏ ਬਿਟ ਦੀ ਫੁੱਲ ਫਾਰਮ ਕੀ ਹੁੰਦੀ ਹੈ? ਬਿਟ ਦੀ ਫੁੱਲ ਫਾਰਮ, ਬਿਟ ਸਟੈਂਡਸ ਫॉर ਬਾਈਨਰੀ ਡਿਜਿਟ। ਸਭ ਤੋਂ ਪਹਿਲਾ ਸਵਾਲ ਤਾਂ ਪੇਪਰ ਦਾ ਇਹੀ ਬਣਦਾ ਹੈ ਵੀ ਬਿਟ ਇਜ਼ ਇਕੁਅਲ ਟੂ, ਬਿਟ ਦੀ ਫੁੱਲ ਫਾਰਮ ਕੀ ਹੈ? ਬਿਟ ਸਟੈਂਡਸ ਫॉर, ਤਾਂ ਆਪਾਂ ਕੀ ਕਹਾਂਗੇ? ਬਾਈਨਰੀ ਡਿਜਿਟ। ਹੁਣ ਜੋ ਵੀ ਇਹ ਬਿਟ ਹੈ, ਹੁਣ ਜੇ ਅੱਗੇ ਪੁੱਛਿਆ ਆਪਣੇ ਤੋਂ ਵੀ ਇੱਕ ਨਿਬਲ ਬਰਾਬਰ ਕਿੰਨੇ ਬਾਈਨਰੀ ਬਿਟ ਹੁੰਦੇ, ਤਾਂ ਤੁਸੀਂ ਯਾਦ ਰੱਖਣਾ ਵੀ ਇੱਕ ਨਿਬਲ ਦੇ ਵਿੱਚ ਕਿੰਨੇ ਬਾਈਨਰੀ ਬਿਟ ਹੁੰਦੇ ਨੇ? 4 ਬਾਈਨਰੀ ਬਿਟ। ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਕੋਆਪਰੇਟਿਵ ਬੈਂਕ ਦੇ ਵਿੱਚ ਵੀ ਆਇਆ ਸੀਗਾ 1 ਨਿਬਲ ਇਜ਼ ਇਕੁਅਲਸ ਟੂ, ਤਾਂ ਆਪਾਂ ਕੀ ਕਹਾਂਗੇ? 4 ਬਾਈਨਰੀ ਬਿਟ। ਤਾਂ ਇੱਕ ਨਿਬਲ ਦੇ ਵਿੱਚ ਕਿੰਨੀ ਬਾਈਨਰੀ ਬਿਟ ਹੁੰਦੀਆਂ ਨੇ? 4। ਹੁਣ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਜੇ ਪੁੱਛਿਆ ਕੰਪਿਊਟਰ ਦੇ ਵਿੱਚ ਸਭ ਤੋਂ ਸਮੋਲੈਸਟ ਮੈਮਰੀ ਯੂਨਿਟ ਕਿਹੜੀ ਹੈ? ਕੰਪਿਊਟਰ ਦੀ ਸਭ ਤੋਂ ਸਮੋਲੈਸਟ ਮੈਮਰੀ ਯੂਨਿਟ ਕਿਹੜੀ ਹੈ? ਬਿਟ। ਤਾਂ ਆਪਾਂ ਕਹਿ ਦਾਂਗੇ ਵੀ ਕੰਪਿਊਟਰ ਦੀ ਸਭ ਤੋਂ ਸਮੋਲੈਸਟ ਯੂਨਿਟ ਕਿਹੜੀ ਹੈ? ਬਿਟ। ਜੇ ਪੁੱਛਿਆ ਸਮੋਲੈਸਟ ਯੂਨਿਟ, ਮੈਮਰੀ ਯੂਨਿਟ ਆਫ ਕੰਪਿਊਟਰ ਕਿਹੜੀ ਹੈ, ਆਪਾਂ ਕੀ ਜਵਾਬ ਦੇਵਾਂਗੇ? ਬਿਟ। ਤਾਂ ਇੱਕ ਨਿਬਲ ਦੇ ਵਿੱਚ ਕਿੰਨੇ ਬਿਟ ਹੁੰਦੇ ਨੇ? 4 ਬਿਟ। ਇਸ ਤੋਂ ਬਾਅਦ ਆਪਣੇ ਕੋਲ ਆਉਂਦਾ ਇੱਕ ਬਾਈਟ। ਇੱਕ ਬਾਈਟ ਦੇ ਵਿੱਚ ਕਿੰਨੇ ਬਿਟ ਹੁੰਦੇ ਨੇ? 8 ਬਾਈਨਰੀ ਬਿਟ। ਜੇ ਪੁੱਛਿਆ ਇੱਕ ਨਿਬਲ ਦੇ ਵਿੱਚ ਕਿੰਨੇ ਬਿਟ ਹੁੰਦੇ ਤਾਂ ਆਪਾਂ ਕੀ ਜਵਾਬ ਦੇਵਾਂਗੇ? 4 ਬਾਈਨਰੀ ਬਿਟ। ਜੇ ਪੁੱਛਿਆ ਇੱਕ ਬਾਈਟ ਦੇ ਵਿੱਚ ਕਿੰਨੇ ਬਿਟ ਹੁੰਦੇ ਤਾਂ ਆਪਾਂ ਕੀ ਕਹਾਂਗੇ? 8 ਬਾਈਨਰੀ ਬਿਟ। ਐਵੇਂ ਇਸ ਤੋਂ ਬਾਅਦ ਆਪਣੇ ਕੋਲ ਆਉਂਦਾ KB। KB ਸਟੈਂਡਸ ਫॉर ਕਿਲੋਬਾਈਟ। KB ਦਾ ਕੀ ਮਤਲਬ ਹੈ? ਕਿਲੋਬਾਈਟ। 1 ਕਿਲੋਬਾਈਟ ਜਾਂ 1 KB ਦੇ ਵਿੱਚ ਕਿੰਨੇ ਬਾਈਟ ਹੁੰਦੇ ਨੇ? ਤਾਂ 1024 ਬਾਈਟ। ਜਾਂ ਸਿੱਧੀ ਪੁੱਛ ਸਕਦੇ ਨੇ 1 ਕਿਲੋਬਾਈਟ ਇਜ਼ ਇਕੁਅਲ ਟੂ ਕਿੰਨੇ ਬਾਈਟ ਨੇ? 1024 ਬਾਈਟ। 1024 ਨੂੰ ਮੈਂ ਕੀ ਲਿਖ ਸਕਦਾ? 2 ਦੀ ਪਾਵਰ 10। ਇਹਦੇ ਵਿੱਚ ਕਿੰਨੇ ਬਾਈਟ ਹੁੰਦੇ ਨੇ? 2 ਦੀ ਪਾਵਰ 10 ਬਾਈਟ। ਹੁਣ ਅਗਲਾ ਆਪਣੇ ਕੋਲ ਇਹ ਚੀਜ਼ ਆਉਂਦੀ ਹੈ MB। MB ਸਟੈਂਡਸ ਫॉर ਮੈਗਾਬਾਈਟ। MB ਕੀ ਹੈ? ਮੈਗਾਬਾਈਟ। ਹੁਣ ਜੇ ਪੁੱਛਿਆ 1 ਮੈਗਾਬਾਈਟ ਦੇ ਵਿੱਚ ਕਿੰਨੇ ਕਿਲੋਬਾਈਟ ਹੁੰਦੇ ਨੇ? 1 ਮੈਗਾਬਾਈਟ ਜਾਂ 1 MB ਦੇ ਵਿੱਚ 1024 ਕੀ ਹੁੰਦੇ ਨੇ? ਕਿਲੋਬਾਈਟ। 1 MB ਦੇ ਵਿੱਚ 1024 ਕੀ ਹੁੰਦੇ ਨੇ? ਕਿਲੋਬਾਈਟ। ਬਟ ਜੇ ਪੁੱਛਿਆ 1 MB ਦੇ ਵਿੱਚ ਕਿੰਨੇ ਬਾਈਟ ਹੁੰਦੇ ਨੇ? ਯਾਦ ਰੱਖਣਾ ਹੈ, ਇਹ ਨਵਾਂ ਸਵਾਲ ਹੈ ਤੁਹਾਡੇ ਸਭ ਲਈ ਵੀ 1 MB ਦੇ ਵਿੱਚ ਕਿੰਨੇ ਬਾਈਟ ਹੁੰਦੇ ਨੇ? ਯਾਦ ਰੱਖਣਾ 1 MB ਦੇ ਵਿੱਚ 1 ਮਿਲੀਅਨ
ਆਪਸ਼ਨ ਦੇ ਦੇਣਗੇ ਵੀ 10,000 ਜਾਂ 1 ਲੱਖ 1 ਮਿਲੀਅਨ 1 ਬਿਲੀਅਨ। ਤਾਂ 1 MB ਦੇ ਵਿੱਚ ਕਿੰਨੇ ਮਿਲੀਅਨ ਬਾਈਟ ਹੁੰਦੇ ਨੇ? ਤਾਂ 1 ਮਿਲੀਅਨ। ਯਾਦ ਰੱਖਣਾ M ਨਾਲ MB, M ਨਾਲ ਮਿਲੀਅਨ। ਤਾਂ 1 MB ਦੇ ਵਿੱਚ 1 ਮਿਲੀਅਨ ਕੀ ਹੁੰਦੇ ਨੇ? ਬਾਈਟ। 1 MB ਦੇ ਵਿੱਚ 1024 ਕੀ ਹੁੰਦੇ ਨੇ? ਕਿਲੋਬਾਈਟ। ਆ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ, ਜਾਂ ਪੇਪਰ ਦੇ ਵਿੱਚ ਤੁਹਾਨੂੰ ਅਰੇਂਜ ਕਰਨ ਲਈ ਵੀ ਕਹਿ ਸਕਦੇ ਨੇ ਵੀ ਇਹਨਾਂ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਅਰੇਂਜ ਕਰੋ, ਜੋ ਵੀ ਮੈਮਰੀ ਯੂਨਿਟ ਨੇ, ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਅਰੇਂਜ ਕਰੋ। ਤਾਂ ਜੇ ਆਪਾਂ ਨੂੰ ਸਾਰਿਆਂ ਬਾਰੇ ਪਤਾ ਹੋਊਗਾ ਤਾਂ ਆਪਾਂ ਇਹਨਾਂ ਨੂੰ ਅਰੇਂਜ ਕਰ ਦਾਂਗੇ। ਅੱਗੇ ਦੇਖਦੇ ਹਾਂ। ਹੁਣ ਜਿਵੇਂ ਅੱਗੇ ਆਪਾਂ ਪੜ੍ਹਿਆ 1 GB, GB ਕੀ ਹੁੰਦਾ? ਗੀਗਾਬਾਈਟ। 1 GB ਦੇ ਵਿੱਚ 1024 ਕੀ ਹੁੰਦੀਆਂ ਨੇ? ਮੇਗਾਬਾਈਟ ਜਾਂ MB। 1 GB ਦੇ ਵਿੱਚ 1024 ਕਿੰਨੇ ਨੇ? MB। ਜਿਵੇਂ ਪੁੱਛਿਆ ਬਾਈਟ ਕਿੰਨੇ ਹੁੰਦੇ ਨੇ? 1 GB ਦੇ ਵਿੱਚ ਕਿੰਨੇ ਬਾਈਟ ਹੁੰਦੇ ਨੇ? ਬਿਲੀਅਨ। 1 ਬਿਲੀਅਨ ਬਾਈਟ। 1 GB ਦੇ ਵਿੱਚ 1024 ਕੀ ਹੁੰਦੇ ਨੇ? MB ਜਾਂ ਮੇਗਾਬਾਈਟ। ਤੇ 1 GB ਦੇ ਵਿੱਚ 1 ਬਿਲੀਅਨ ਕੀ ਹੁੰਦੀਆਂ ਨੇ? ਬਾਈਟਸ। ਇਸ ਤੋਂ ਬਾਅਦ ਆਪਣੇ ਕੋਲ ਅੱਗੇ ਕੀ? ਇੱਕ TB। TB ਕੀ ਹੁੰਦਾ? ਟੈਰਾਬਾਈਟ। TB ਕੀ ਹੁੰਦਾ? ਟੈਰਾਬਾਈਟ। 1 TB ਦੇ ਵਿੱਚ 1024 ਕੀ ਹੁੰਦੀਆਂ ਨੇ? GB। 1 TB ਦੇ ਵਿੱਚ 1024 ਕੀ ਹੁੰਦੇ ਨੇ? GB। ਜਾਂ ਫਿਰ ਮੈਂ ਪੁੱਛਾਂ ਬਾਈਟ ਕਿੰਨੇ ਹੁੰਦਾ? 1 ਟ੍ਰਿਲੀਅਨ। 1 ਟ੍ਰਿਲੀਅਨ। ਯਾਦ ਰੱਖਣਾ 1 MB ਦੇ ਵਿੱਚ 1024 ਕੀ ਹੁੰਦੀਆਂ ਨੇ? KB। ਤੇ 1 MB ਦੇ ਵਿੱਚ 1 ਮਿਲੀਅਨ ਕੀ ਹੁੰਦੀਆਂ ਨੇ? ਬਾਈਟ। 1 GB ਦੇ ਵਿੱਚ 1 ਬਿਲੀਅਨ ਬਾਈਟ ਹੁੰਦੇ ਨੇ। 1 MB ਦੇ ਵਿੱਚ M ਨਾਲ ਮਿਲੀਅਨ, M ਨਾਲ MB। ਤੇ 1 GB ਦੇ ਵਿੱਚ 1 ਬਿਲੀਅਨ, ਤੇ ਐਵੇਂ 1 TB ਦੇ ਵਿੱਚ 1 ਟ੍ਰਿਲੀਅਨ ਬਾਈਟਸ ਹੁੰਦੀਆਂ ਨੇ। ਠੀਕ ਹੈ। ਇਸ ਤੋਂ ਬਾਅਦ ਅੱਗੇ ਆ ਜਿਹੜੀਆਂ 4 ਚੀਜ਼ਾਂ ਨੇ, ਇਹ ਚਾਰੇ ਤੁਹਾਡੇ ਸਭ ਲਈ ਨਵੇਂ ਨੇ। PB, EB, ZB, YB। ਮਤਲਬ ਇੱਥੇ ਤੱਕ ਤਾਂ ਸਭ ਨੇ ਪੜ੍ਹਿਆ ਹੁੰਦਾ, TB ਤੱਕ ਵੀ ਟੈਰਾਬਾਈਟ ਚਲੋ ਪੜ੍ਹਿਆ। ਇਸ ਤੋਂ ਅੱਗੇ ਦੀ ਮੈਮਰੀ ਯੂਨਿਟ ਕਿਸੇ ਨੇ ਨਹੀਂ ਪੜ੍ਹੀ ਹੁੰਦੀ। ਇਹ ਚਾਰੇ ਵੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਜੇ ਪੇਪਰ ਦੇ ਵਿੱਚ ਕੁਐਸਚਨ ਆ ਗਿਆ ਵੀ MB, KB, GB, TB, ਇਹਨਾਂ 'ਚ ਸਭ ਤੋਂ ਵੱਡੀ ਮੈਮਰੀ ਯੂਨਿਟ ਕਿਹਾ ਤਾਂ ਤੁਸੀਂ ਦੱਸੋ TB। ਹੁਣ ਜੇ ਨਾਲ ਆਪਸ਼ਨ ZB ਵੀ ਆ ਗਿਆ, ਹੁਣ ਜੇ ਕਹੂੰਗੇ ZB ਤਾਂ ਕਦੇ ਸੁਣਿਆ ਹੀ ਨਹੀਂ, ਅੱਜ ਸੁਣ ਲਓ। ZB ਕੀ ਹੁੰਦਾ? ਜ਼ੈਟਾਬਾਈਟ। ਹੁਣ ਮੈਂ ਤੁਹਾਨੂੰ ਸਾਰਿਆਂ ਬਾਰੇ ਦੱਸਦਾ ਡਿਟੇਲ 'ਚ। PB, MB ਤੋਂ ਬਾਅਦ ਕੀ ਆਉਂਦਾ ਆਪਣੇ ਕੋਲੇ? TB। PB ਸਟੈਂਡਸ ਫॉर ਪੈਟਾਬਾਈਟ। ਇੱਕ PB 'ਚ 1024 TB ਹੁੰਦੀਆਂ ਨੇ। ਤੇ ਇੱਕ PB ਤੋਂ ਬਾਅਦ ਕੀ? ਐਗਜ਼ਾਬਾਈਟ। ਇੱਕ EB, ਇੱਕ EB ਦੇ ਵਿੱਚ 1024 ਕੀ ਹੁੰਦੀਆਂ ਨੇ? ਪੈਟਾਬਾਈਟ। ਤੇ PB ਤੋਂ ਬਾਅਦ ਇੱਕ ਜ਼ੈਟਾਬਾਈਟ। ਇੱਕ ਜ਼ੈਟਾਬਾਈਟ ਦੇ ਵਿੱਚ ਕੀ ਹੁੰਦਾ? 1024 ਐਗਜ਼ਾਬਾਈਟ। ਤੇ ਐਵੇਂ ਲਾਸਟ ਯੋਟਾਬਾਈਟ ਦੇ ਵਿੱਚ ਕੀ ਹੋਣਗੀਆਂ? 1024 ਜ਼ੈਟਾਬਾਈਟ। ਇਹ ਜ਼ਿਆਦਾ ਯਾਦ ਕਰਨ ਦੀ ਲੋੜ ਨਹੀਂ, ਬਸ ਤੁਸੀਂ ਇਹ ਯਾਦ ਰੱਖਣਾ ਵੀ TB ਤੋਂ ਬਾਅਦ ਕੀ ਹੋਊਗਾ? ਪੈਟਾਬਾਈਟ। ਪੈਟਾਬਾਈਟ ਤੋਂ ਬਾਅਦ ਐਗਜ਼ਾਬਾਈਟ। ਐਗਜ਼ਾਬਾਈਟ ਤੋਂ ਬਾਅਦ ਜ਼ੈਟਾਬਾਈਟ। ਜ਼ੈਟਾਬਾਈਟ ਤੋਂ ਬਾਅਦ ਯੋਟਾਬਾਈਟ। ਜਾਂ ਜੇ ਮੈਂ ਤੁਹਾਨੂੰ ਸਾਰਾ ਇੱਕ ਕੰਕਲੂਡ ਕਰਕੇ ਕੀ ਕਹਿ ਸਕਦੇ ਹਾਂ? ਸਭ ਤੋਂ ਛੋਟੀ ਯੂਨਿਟ ਮੈਮਰੀ ਯੂਨਿਟ ਕੀ ਹੈ? ਬਿਟ। ਸਭ ਤੋਂ ਛੋਟੀ ਕੀ ਪੜੀ ਹੈ? ਬਿਟ। ਬਿਟ ਤੋਂ ਬਾਅਦ ਕੀ ਆਉਂਦਾ ਹੈ? ਨਿਬਲ। ਬਿਟ ਤੋਂ ਬਾਅਦ ਕੀ ਆਉਂਦਾ ਹੈ? ਨਿਬਲ। ਨਿਬਲ ਕੀ ਹੁੰਦਾ ਹੈ? ਜੋ ਕਿ 4 ਬਿਟ ਦੇ ਬਰਾਬਰ ਹੈ। ਨਿਬਲ ਤੋਂ ਬਾਅਦ ਆਪਾਂ ਕੀ ਪੜਿਆ? ਬਾਈਟ, ਜੋ ਕਿ 8 ਬਿਟ ਦੇ ਬਰਾਬਰ ਹੈ। ਬਾਈਟ ਤੋਂ ਬਾਅਦ ਆਪਾਂ ਕੀ ਪੜਿਆ? ਕਿਲੋਬਾਈਟ, ਜੋ ਕਿ 1024 ਬਾਈਟ ਦੇ ਬਰਾਬਰ ਹੈ। ਕਿਲੋਬਾਈਟ ਤੋਂ ਬਾਅਦ ਕੀ ਪੜਿਆ ਆਪਾਂ? ਮੇਗਾਬਾਈਟ, ਜੋ ਕਿ 1024 ਕਿਲੋਬਾਈਟ ਦੇ ਬਰਾਬਰ ਹੈ। मेगाबाइट को अपन की बात की पढ़िया गीगाबाइट जो कि 1024 मेगाबाइट के बराबर है। गीगाबाइट तो बाद अपन की पढ़िया टीबी जो कि 1024 गीगाबाइट के बराबर है। टीबी तो बाद अपन पढ़िया पीबी, पीबी तो बाद पेटाबाइट, पेटाबाइट तो बाद एक्साबाइट, एक्साबाइट तो बाद जोटाबाइट, जेटाबाइट, जेटाबाइट तो बाद योटाबाइट। तो याद रखना सब तो बड़ी मैमरी यूनिट केड़ी है वाईबी या योटाबाइट। हुण जे कोई भी पुछण तां पता सा निबल दे विच 4 बिट हुंदे ने, बाइट दे विच 8 बिट हुंदे ने। अगे जे पुछया 1 MB दे विच किन्ने बाइट हुंदे तां आपां कहां मिलियन, 1 GB दे विच किन्ने बाइट हुंदे ने आपां कहां बिलियन, ते 1 TB दे विच किन्ने बाइट हुंदे आपां कहां ट्रिलियन। आ तीन तक याद कर लो बहुत है, जे ना भी याद करना छड्ड दो। उस बाद आ चीज़ां पावरां भी याद करनियां ने। 1 GB दे विच 2 दी पावर 30 हुंदियां ने बाइट, ते 1 बिलियन हो गया तो पता लग गया। 1 TB दे विच 2 दी 40, फिर 50, 60, 70, 80। जे पूछा 1 YB या 1 योटा बाइट दे विच किन्ने बाइट हुंदे तां आपां 2 दी पावर 80 बाइट।
ਜੇ ਤੁਸੀਂ ਇੰਨਾ ਮਟੀਰੀਅਲ ਕਰ ਲਿਆ, ਇਹ ਮੋਰ ਦੈਨ ਇਨਫ ਹੈ, ਤੁਹਾਨੂੰ ਹੋਰ ਕਿਤੋਂ ਵੀ ਪੜ੍ਹਨ ਦੀ ਕੋਈ ਚੀਜ਼ ਲੋੜ ਨਹੀਂ ਹੈਗੀ। ਇਸ ਤੋਂ ਬਾਅਦ ਆਪਾਂ ਚੜ੍ਹਦੇ ਹਾਂ ਕੋਡਿੰਗ ਸਿਸਟਮ। ਤਾਂ ਕੰਪਿਊਟਰ ਵੀ ਜੋ ਆਪਾਂ ਜਿਵੇਂ ਆਪਾਂ ਦੇਖਦੇ ਹਾਂ ਵੀ ਆਪਣਾ ਫੋਨ ਐਂਡਰੋਇਡ ਦੇ ਉੱਤੇ ਵਰਕ ਕਰਦਾ ਨਾ, ਐਵੇਂ ਕੰਪਿਊਟਰ ਦੇ ਵਿੱਚ ਇੱਕ ਕੋਡਿੰਗ ਸਿਸਟਮ ਹੈ ਜਿਹਦੇ ਉੱਤੇ ਕੰਪਿਊਟਰ ਵਰਕ ਕਰਦਾ ਹੈ। ਉਹ ਕੋਡਿੰਗ ਸਿਸਟਮ ਦਾ ਨਾਮ ਕੀ ਹੈ? ਅਸਕਾਈ। ਕੰਪਿਊਟਰ ਕਿਸ ਕੋਡਿੰਗ ਸਿਸਟਮ ਦੇ ਉੱਤੇ ਵਰਕ ਕਰਦਾ ਹੈ? ਤਾਂ ਆਪਾਂ ਕੀ ਆ ਅਸਕਾਈ। ਅਸਕਾਈ ਦੀ ਫੁੱਲ ਫਾਰਮ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਬਣਦਾ ਵੀ ਅਸਕਾਈ ਸਟੈਂਡਸ ਫॉर, ਤਾਂ ਆਪਾਂ ਕੀ ਜਵਾਬ ਹੈ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਤਾਂ ਅਸਕਾਈ ਸਟੈਂਡਸ ਫॉर ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਇਹ ਕੀ ਆ ਗਿਆ? ਅਸਕਾਈ। ਕੰਪਿਊਟਰ ਵਿੱਚ ਕਿਹੜਾ ਕੋਡਿੰਗ ਸਿਸਟਮ ਯੂਜ਼ ਹੁੰਦਾ ਤਾਂ ਆਪਾਂ ਕੀ ਜਵਾਬ ਦੇਵਾਂਗੇ? ਅਸਕਾਈ। ਤੇ ਕੁਝ ਆ ਦੋ ਹੋਰ ਕੀ ਨੇ? ਇਹ ਸਮ ਅਦਰ ਕੋਡਿੰਗ ਸਿਸਟਮ ਨੇ। ਇਹ ਕੁਝ ਹੋਰ ਕੋਡਿੰਗ ਸਿਸਟਮ ਨੇ, ਕਿਹੜੇ? EBC DIC। ਮੇਨ ਤਾਂ ਕੰਪਿਊਟਰ ਦੇ ਵਿੱਚ ਇੱਕ ਤਾਂ ਫੁੱਲ ਫਾਰਮਸ, ਇੱਕ ਸ਼ਾਰਟਕਟ ਕੀ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ। ਹੁਣ ਜੇ ਤੁਹਾਨੂੰ ਪਹਿਲੇ ਦਿਨ ਫੁੱਲ ਫਾਰਮ ਦਾ ਚਾਰਟ ਬਣਾਦਾ, ਉਹ ਨਹੀਂ ਯਾਦ ਕਰ ਸਕਦੇ। ਜੇ ਡੇ ਬਾਏ ਡੇ 2-2 3-3 ਪੜਾਂਗੇ ਤਾਂ ਤੁਹਾਡੇ ਦਿਮਾਗ ਸਾਰੀਆਂ ਡੇ ਬਾਏ ਡੇ ਫਿੱਟ ਹੁੰਦੀਆਂ ਜਾਣਗੀਆਂ। ਹੁਣ ਇਸ ਤੋਂ ਬਾਅਦ ਪੜ੍ਹਦਾ EBC DIC, ਐਕਸਟੈਂਡਡ ਬਾਈਨਰੀ ਕੋਡਡ ਡੈਸੀਮਲ ਇੰਟਰਚੇਂਜ ਕੋਡ। ਆ ਫੁੱਲ ਫਾਰਮ ਯਾਦ ਹੋਣੀ ਚਾਹੀਦੀ ਹੈ ਵੀ ਐਕਸਟੈਂਡਡ ਬਾਈਨਰੀ ਕੋਡਡ ਡੈਸੀਮਲ ਇੰਟਰਚੇਂਜ ਕੋਡ। ਤੇ ਲਾਸਟ ਹੈ BCD ਬਾਈਨਰੀ ਕੋਡਡ ਡੈਸੀਮਲ। BCD ਦੀ ਫੁੱਲ ਫਾਰਮ ਕੀ ਹੈ? ਬਾਈਨਰੀ ਕੋਡਡ ਡੈਸੀਮਲ। ਜਾਂ ਪੇਪਰ ਦੇ ਵਿੱਚ ਇਹ ਪੁੱਛ ਸਕਦੇ ਨੇ ਵੀ 4 ਆਪਸ਼ਨ ਦੇਣਗੇ ਵੀ ਇਹਨਾਂ ਚੋਂ ਕਿਹੜਾ ਕੰਪਿਊਟਰ ਦਾ ਕੋਡਿੰਗ ਸਿਸਟਮ ਨਹੀਂ ਹੈਗਾ। ਤਿੰਨ ਇਹ ਦੇਣਗੇ, ਚੌਥੀ ਕੋਈ ਹੋਰ ਦੱਸ ਦੇਣਗੇ। ਤਾਂ ਫੁੱਲ ਫਾਰਮ ਕੀ ਹੈ? ਅਸਕਾਈ ਦੀ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਫਿਰ ਆਪਾਂ ਪੜਿਆ EBC DIC, ਐਕਸਟੈਂਡਡ ਬਾਈਨਰੀ ਕੋਡਡ ਡੈਸੀਮਲ ਇੰਟਰਚੇਂਜ ਕੋਡ। ਫਿਰ BCD ਪੜਿਆ ਬਾਈਨਰੀ ਕੋਡਡ ਡੈਸੀਮਲ। ਇਹ ਸਾਰੀ ਫੁੱਲ ਫਾਰਮ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਅੱਗੇ ਦੇਖਦੇ ਹਾਂ। ਹੁਣ ਅੱਗੇ ਆਪਾਂ ਅੱਜ ਦੀ ਕਲਾਸ ਆਪਾਂ ਪੜ੍ਹਨਾ ਕੰਪਿਊਟਰ ਹਾਰਡਵੇਅਰ। ਅੱਜ ਦਾ ਪਹਿਲਾ ਟੌਪਿਕ ਆਪਣਾ ਕੰਪਿਊਟਰ ਹਾਰਡਵੇਅਰ। ਬੇਸਿਕਲੀ ਕੰਪਿਊਟਰ ਹਾਰਡਵੇਅਰ ਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਨੇ। ਸਭ ਤੋਂ ਪਹਿਲੇ ਇਨਪੁਟ, ਦੂਜੀ ਆਊਟਪੁੱਟ ਮਤਲਬ ਇਨਪੁੱਟ ਡਿਵਾਈਸ, ਦੂਜੀ ਆਊਟਪੁੱਟ ਡਿਵਾਈਸ, ਤੀਜੀ ਸਟੋਰੇਜ ਡਿਵਾਈਸ। ਇਹਦਾ ਮੇਨ ਤੁਹਾਨੂੰ ਪਤਾ ਇਨਪੁੱਟ ਕੀ ਹੁੰਦਾ, ਜਿਹਦੇ 'ਚ ਆਪਾਂ ਕੋਈ ਚੀਜ਼ ਇਨਪੁੱਟ ਦਿੰਦੇ ਹਾਂ, ਮਤਲਬ ਕੰਪਿਊਟਰ ਨੂੰ ਦੱਸਦੇ ਹਾਂ ਵੀ ਮਾਊਸ ਕੀਬੋਰਡ ਹੋ ਗਿਆ ਨਾ। ਆਊਟਪੁੱਟ ਤੋਂ ਕੋਈ ਆਪਾਂ ਨੂੰ ਆਊਟਪੁੱਟ ਮਿਲਦੀ ਹੈ, ਜਿਵੇਂ ਕਿ ਪ੍ਰਿੰਟਰ, ਸਕਰੀਨ ਹੋ ਗਈ ਹੈ ਨਾ। ਤੇ ਇਹਦਾ ਬਾਅਦ ਸਟੋਰੇਜ ਮਤਲਬ ਜੋ ਡਿਵਾਈਸ ਸਟੋਰ ਕਰਦੀਆਂ ਚੀਜ਼ਾਂ ਨਾ, ਡਾਟਾ ਸਟੋਰ ਕਰਦੀਆਂ, ਸਟੋਰੇਜ ਡਿਵਾਈਸ। ਇੱਕ ਟਰਮ ਆਉਂਦੀ ਹੈ ਪੈਰੀਫੈਰਲ ਡਿਵਾਈਸ। ਇਹ ਸਾਰਿਆਂ ਲਈ ਨਹੀਂ ਹੋਊਗੀ, ਨਵੀਂ ਹੋਊਗੀ ਪੈਰੀਫੈਰਲ। ਹੁਣ ਪੇਪਰ ਦੇ ਵਿੱਚ ਪੈਰੀਫੈਰਲ ਡਿਵਾਈਸ ਕੀ ਹੁੰਦੇ ਨੇ? ਹੁਣ ਆਪਾਂ ਇਨਪੁੱਟ ਪੜਿਆ, ਆਊਟਪੁੱਟ ਡਿਵਾਈਸ ਪੜਿਆ ਨਾ, ਸਟੋਰੇਜ ਡਿਵਾਈਸ ਪੜਿਆ, ਪਰ ਪੈਰੀਫੈਰਲ ਡਿਵਾਈਸ ਕੀ ਹੁੰਦੇ ਨੇ? ਤਾਂ ਯਾਦ ਰੱਖਣਾ ਕੋਈ ਵੀ ਡਿਵਾਈਸ ਜੋ ਕੰਪਿਊਟਰ ਨਾਲ ਲਿੰਕਡ ਹੈ, ਭਾਵੇਂ ਇੰਟਰਨਲੀ ਜਾਂ ਐਕਸਟਰਨਲੀ, ਉਹ ਕੀ ਹੁੰਦਾ? ਪੈਰੀਫੈਰਲ ਡਿਵਾਈਸ। ਮਤਲਬ ਕੋਈ ਵੀ ਡਿਵਾਈਸ ਜੋ ਕੰਪਿਊਟਰ ਨਾਲ ਅਟੈਚ ਹੈ, ਚਾਹੇ ਉਹ ਇਨਪੁੱਟ ਹੈ ਜਾਂ ਆਊਟਪੁੱਟ ਹੈ ਜਾਂ ਸਟੋਰੇਜ ਹੈ, ਸਾਰੇ ਮਿਲ ਕੇ ਇਹਨਾਂ ਸਾਰਿਆਂ ਨੂੰ ਕੀ ਕਹਿੰਦੇ ਆਪਾਂ? ਪੈਰੀਫੈਰਲ ਡਿਵਾਈਸ। ਜੋ ਵੀ ਡਿਵਾਈਸ ਕੰਪਿਊਟਰ ਨਾਲ ਅਟੈਚ ਹੈ ਉਹਨੂੰ ਆਪਾਂ ਕੀ ਕਹਾਂਗੇ? ਪੈਰੀਫੈਰਲ ਡਿਵਾਈਸ। ਜਾਂ ਇੱਥੇ ਲਿਖਿਆ ਵੀ ਹੈ ਦੋਜ਼ ਡਿਵਾਈਸ ਦੈਟ ਆਰ ਲਿੰਕਡ ਆਈਦਰ ਇੰਟਰਨਲੀ, ਜਾਂ ਤਾਂ ਇੰਟਰਨਲੀ ਹੋਣ ਜਾਂ ਐਕਸਟਰਨਲੀ ਹੋਣ, ਉਹ ਕੀ ਹੋਣਗੇ? ਪੈਰੀਫੈਰਲ ਡਿਵਾਈਸ। ਹੁਣ ਐਗਜ਼ਾਮਪਲ ਨੇ ਇਨਪੁੱਟ ਡਿਵਾਈਸ ਤੇ, ਜਿਵੇਂ ਕਿ ਕੀਬੋਰਡ ਹੋ ਗਿਆ, ਮਾਊਸ ਹੋ ਗਿਆ, ਟੱਚਪੈਡ ਕੀ ਹੁੰਦਾ? ਆਪਣੇ ਕੋਲ ਲੈਪਟਾਪ ਦੇ ਵਿੱਚ ਨਾ ਟੱਚਪੈਡ, ਆਪਾਂ ਟੱਚ ਕਰਕੇ ਕੁਝ ਵੀ ਕਰਸਰ ਨੂੰ ਇੱਧਰ ਉੱਧਰ ਕਰ ਸਕਦੇ ਹਾਂ, ਕਿਹਦਾ? ਟੱਚਪੈਡ। ਸਕੈਨਰ, ਯਾਦ ਰੱਖਣਾ ਹੈ ਵੀ ਸਕੈਨਰ ਵੀ ਇੱਕ ਤਰ੍ਹਾਂ ਦਾ ਇਨਪੁੱਟ, ਮਤਲਬ ਸਕੈਨਰ ਜਦੋਂ ਆਪਾਂ ਪੇਜ ਧਰਦੇ ਹਾਂ, ਪੇਜ ਉਹ ਇੱਕ ਤਰ੍ਹਾਂ ਦਾ ਅੰਦਰ ਆਪਣੇ ਮੋਨੀਟਰ ਦੇ ਵਿੱਚ ਚਲੇ ਜਾਂਦਾ, ਮਤਲਬ ਇਨਪੁੱਟ ਦਿੱਤਾ ਪੇਜ ਆਪਾਂ ਹੈ ਨਾ, ਉਹ ਡਿਜੀਟਲੀ ਅੰਦਰ ਚਲੇ ਗਿਆ। ਸਕੈਨਰ ਵੀ ਕੀ ਇਨਪੁੱਟ ਡਿਵਾਈਸ। ਡਿਜੀਟਲ ਕੈਮਰਾ, ਕਿ ਡਿਜੀਟਲ ਕੈਮਰਾ ਨੂੰ ਤੁਸੀਂ ਕੀ ਕਹਿ ਸਕਦੇ ਹੋ? ਵੈਬ ਕੈਮ। ਵੈਬ ਕੈਮ ਮਤਲਬ ਜਿਵੇਂ ਦੇਖੋ ਮੈਂ ਤੁਹਾਨੂੰ ਵੀਡੀਓ ਬਣਾ ਰਿਹਾ, ਮੈਂ ਵੀ ਇੱਕ ਵੈਬ ਕੈਮ 'ਚ ਬਣਾ ਰਿਹਾ ਨਾ, ਜਿਵੇਂ ਆਪਾਂ ਕਿਸੇ ਨਾਲ ਵੀਡੀਓ ਕਾਲ ਕਰਦੇ ਹਾਂ ਤਾਂ ਉਹ ਆਪਾਂ ਵੀਡੀਓ ਆਪਣੀ ਉਹਦੇ ਤੱਕ ਪਹੁੰਚਦੀ ਹੈ, ਕਿਹਦੀ ਹੈਲਪ ਨਾਲ ਪਹੁੰਚਦੀ ਹੈ? ਵੈਬ ਕੈਮ ਜਾਂ ਫਿਰ ਡਿਜੀਟਲ ਕੈਮਰਾ, ਉਹ ਵੀ ਇੱਕ ਤਰ੍ਹਾਂ ਦਾ ਇਨਪੁੱਟ ਡਿਵਾਈਸ। ਫਿਰ ਆ ਗਿਆ ਮਾਈਕਰੋਫੋਨ। ਇਹ ਮੇਰੇ ਖਿਆਲ ਤੇ ਪਿੱਛੇ ਜੇ ਇੱਕ ਪੰਜਾਬ ਸਟੇਟ ਦਾ ਐਗਜ਼ਾਮ ਸ਼ਾਇਦ ਕੋਆਪਰੇਟਿਵ ਬੈਂਕ ਹੀ ਸੀ, ਉਹਦੇ 'ਚ ਪੁੱਛਿਆ ਸੀਗਾ ਵੀ ਮਾਈਕਰੋਫੋਨ ਇਨਪੁੱਟ ਡਿਵਾਈਸ ਹੈ ਕਿ ਆਊਟਪੁੱਟ ਡਿਵਾਈਸ ਹੈ। ਹੁਣ ਮਾਈਕਰੋਫੋਨ ਮਤਲਬ ਜਿਹਦੇ ਵਿੱਚ ਆਪਾਂ ਬੋਲਦੇ ਹਾਂ, ਉਹ ਕੀ ਹੁੰਦਾ? ਇਨਪੁੱਟ ਡਿਵਾਈਸ, ਮਤਲਬ ਇਨਪੁੱਟ ਦੇ ਰਹੇ ਹਾਂ। ਪਰ ਜਿਹੜੇ ਹੈਡਫੋਨ ਹੁੰਦੇ ਨੇ ਜਾਂ ਸਪੀਕਰ ਹੁੰਦੇ ਨੇ, ਉਹ ਸਾਰੇ ਕੀ ਹੁੰਦੇ ਨੇ? ਆਊਟਪੁੱਟ ਡਿਵਾਈਸ। ਜੋਇਸਟਿਕ, ਜਿਵੇਂ ਕਿ ਆ ਦੇਖੋ ਰਿਮੋਟ ਹੁੰਦਾ ਵੀਡੀਓ ਗੇਮ ਖੇਲਣ ਵਾਲਾ, ਉਹ ਕੀ ਹੁੰਦਾ? ਜਿਹੜਾ ਵੀਡੀਓ ਗੇਮ ਖੇਲਣੀ ਆਪਾਂ ਯੂਜ਼ ਕਰਦੇ ਰਿਮੋਟ, ਉਹ ਕੀ ਹੁੰਦਾ? ਜੋਇਸਟਿਕ। ਉਹ ਵੀ ਕੀ ਕਰਨਾ? ਇਨਪੁੱਟ ਡਿਵਾਈਸ। ਇਸ ਤੋਂ ਬਾਅਦ ਗ੍ਰਾਫਿਕ ਟੈਬਲੇਟ, ਮਤਲਬ ਤੁਸੀਂ ਦੇਖਿਆ ਨਾ ਅੱਜ ਕੱਲ੍ਹ ਮਤਲਬ ਆਨਲਾਈਨ ਟੀਚਰ ਪੜ੍ਹਾਉਂਦੇ, ਉਹ ਇੱਕ ਟੈਬਲੇਟ ਯੂਜ਼ ਕਰਦੇ ਨੇ, ਲਿਖਦੇ ਨੇ ਜੋ ਵੀ ਉਹ ਸਕਰੀਨ ਦੇ ਉੱਤੇ ਐਜ਼ ਇਟ ਇਜ਼ ਆਈ ਜਾਂਦਾ ਹੈ, ਉਹ ਵੀ ਇੱਕ ਇਨਪੁੱਟ ਡਿਵਾਈਸ। ਇਸ ਤੋਂ ਬਿਨਾਂ ਵੀ ਕੁਝ ਹੋਰ ਇਨਪੁੱਟ ਡਿਵਾਈਸ ਹੁੰਦੇ ਨੇ, ਜਿਵੇਂ ਕਿ OMR। याद रखना OMR भी की इनपुट डिवाइस है। फुल फॉर्म की है ऑप्टिकल मार्क रीडर। ऑप्टिकल मार्क रीडर MICR, ये भी इनपुट डिवाइस है।
मैग्नेटिक इंक कैरेक्टर रीडर। MICR ਨੂੰ ਆਪਾਂ ਮੈਗਨੈਟਿਕ ਇੰਕ ਕੈਰੈਕਟਰ ਰੀਡਰ ਵੀ ਕਹਿ ਸਕਦੇ ਹਾਂ ਜਾਂ ਰਿਕੋਗਨਾਈਜੇਸ਼ਨ ਵੀ ਕਹਿ ਸਕਦੇ ਹਾਂ। ਦੋਨਾਂ 'ਚ ਇੱਕ ਚੀਜ਼ ਦਿੱਤੀ ਹੋ ਗਈ ਹੈ ਵੀ ਆਪਟੀਕਲ ਮਾਰਕ ਰੀਡਰ ਜਾਂ ਰਿਕੋਗਨਾਈਜੇਸ਼ਨ ਕਹਿ ਸਕਦੇ ਹਾਂ। OCR ऑप्टिकल कैरेक्टर रीडर या रिकॉग्नाइजेशन भी कह सकते हैं। इस तो बाद आती है BCD। BCD की होती है बार कोड रीडर। देखो ये सारे की ने ये भी इनपुट डिवाइस ने पेपर ਦੇ ਵਿੱਚ ਜਾਂ ਤਾਂ ਕੀ ਪੁੱਛ ਸਕਦੇ ਨੇ ਵੀ ਇਹਨਾਂ ਚ ਇਨਪੁਟ ਡਿਵਾਈਸ ਹੈਗਾ ਜਾਂ ਨਹੀਂ ਹੈਗਾ। ਸਭ ਤੋਂ ਆਪਸ਼ਨ ਤੁਹਾਨੂੰ ਆ ਚੀਜ਼ਾਂ ਮਿਲਣਗੀਆਂ ਜੋ ਲਿਖਿਆ ਉਰੇ OMR MICR OCR BCD। ਪਹਿਲਾਂ ਤਾਂ ਇਹਨਾਂ ਦੀ ਫੁੱਲ ਫਾਰਮਸ ਵੀ ਪੁੱਛ ਸਕਦੇ ਨੇ ਵੀ OMR ਕੀ ਹੁੰਦਾ ਆਪਟੀਕਲ ਮਾਰਕ ਰੀਡਰ, ਠੀਕ ਹੈ। MICR ਕੀ ਹੁੰਦਾ ਮੈਗਨੈਟਿਕ ਇੰਕ ਕੈਰੈਕਟਰ रीडर या रिकॉग्निशन। फिर OCR ऑप्टिकल कैरेक्टर रीडर, BCR बारकोड रीडर। ये सारी ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਹੁਣ ਜੇ ਬਾਰਕੋਡ ਰੀਡਰ ਹੈ ਤੁਸੀਂ ਦੇਖਿਆ ਸ਼ਾਪਿੰਗ ਮਾਲ ਦੇ ਵਿੱਚ, ਜਿਵੇਂ ਕਿ ਦੇਖੋ ਸ਼ਾਪਿੰਗ ਮਾਲ ਦੇ ਵਿੱਚ ਆਨੇ ਤੁਹਾਨੂੰ ਕੈਮਰਾ ਜਾਂ ਕੋਈ ਪ੍ਰੋਡਕਟ ਸਕੈਨ ਕਰਦੇ ਨੇ ਆ ਬਾਰਕੋਡ ਲੱਗੇ ਹੁੰਦੇ ਨੇ ਉੱਥੇ, ਤਾਂ ਉਹ ਕਿੰਨਾ ਯੂਜ਼ ਕਰਦੇ ਨੇ ਬਾਰਕੋਡ ਰੀਡਰ ਨਾਲ, ਠੀਕ ਹੈ। ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਨੈਕਸਟ ਦੇਖਦੇ ਹਾਂ कीबोर्ड। कीबोर्ड ਆਪਾਂ ਪੜਿਆ कीबोर्ड के इनपुट डिवाइस है। कीबोर्ड के इनपुट डिवाइस ਹੁਣ ਸਭ ਤੋਂ ਪਹਿਲਾ ਸਵਾਲ कीबोर्ड ਦਾ ਬਣਦਾ ਵੀ कीबोर्ड ਦੇ ਵਿੱਚ ਕੀਜ਼ ਕਿੰਨੀਆਂ ਹੁੰਦੀਆਂ ਨੇ, कीबोर्ड ਦੇ ਵਿੱਚ ਬਟਨ ਕਿੰਨੇ ਹੁੰਦੇ ਨੇ। ਤਾਂ ਤੁਸੀਂ ਯਾਦ ਰੱਖਣਾ कीबोर्ड ਦੇ ਵਿੱਚ ਕਿੰਨੇ ਕੀਜ਼ ਹੁੰਦੇ ਨੇ 101, ਜੋ ਕਿ ਜੇ ਆਪਾਂ ਕਹਦੇ ਵੀ US ਜੋ US ਦਾ ਸਟੈਂਡਰਡ कीबोर्ड ਸੀ ਉਹਦੇ ਵਿੱਚ ਕਿੰਨੀਆਂ ਕੀਜ਼ ਹੁੰਦੀਆਂ ਨੇ 101। ਜੇ ਪੁੱਛਿਆ ਵਿੰਡੋ कीबोर्ड ਦੇ ਵਿੱਚ, ਵਿੰਡੋ कीबोर्ड ਦੇ ਵਿੱਚ ਕਿੰਨੀਆਂ ਕੀਜ਼ ਹੁੰਦੀਆਂ ਨੇ ਤਾਂ ਤੁਸੀਂ ਟਿਕ ਲਾਉਂਗੇ 104। ਹੁਣ ਨਹੀਂ ਅੱਧੇ ਇਹੀ ਕਨਫਿਊਜ਼ ਹੁੰਦਾ ਵੀ ਕੀ ਟਿਕ ਲਾਣਾ 101 ਟਿਕ ਲਾਣਾ ਹੈ ਕਿ 104 ਟਿਕ ਲਾਣਾ ਹੈ। ਜੇ ਤਾਂ ਪੁੱਛਿਆ US ਜੋ ਸਟੈਂਡਰਡ कीबोर्ड ਸੀ ਕਿੰਨੀਆਂ ਕੀਜ਼ ਹੁੰਦੀਆਂ ਤਾਂ ਆਪਾਂ ਕਹਾਂਗੇ 101। ਜੇ ਪੁੱਛਿਆ ਵਿੰਡੋ कीबोर्ड ਦੇ ਵਿੱਚ ਕਿੰਨੀਆਂ ਕੀਜ਼ ਹੁੰਦੀਆਂ ਤਾਂ 104। ਪੇਪਰ ਦੇ ਵਿੱਚ ਕਦੇ ਤੁਹਾਨੂੰ ਦੋਨੋਂ ਆਪਸ਼ਨ ਨਹੀਂ ਮਿਲਣਗੇ, ਜਾਂ ਤਾਂ 104 ਲਿਖਿਆ ਹੋਊਗਾ 101 ਲਿਖਿਆ ਹੋਊਗਾ। US कीबोर्ड ਦੇ ਵਿੱਚ 101 ਕੀਜ਼ ਨੇ, ਵਿੰਡੋ कीबोर्ड ਦੇ ਵਿੱਚ 104 ਕੀਜ਼ ਨੇ। ਤੇ ਜਿਹੜਾ ਆਪਣਾ कीबोर्ड ਹੁੰਦਾ ਇਹ ਕੀ ਹੁੰਦਾ ਕੁਆਰਟੀ कीबोर्ड ਹੁੰਦਾ। ਕਿਹੜਾ ਹੁੰਦਾ ਕੁਆਰਟੀ कीबोर्ड। ਜਿਵੇਂ ਪਹਿਲਾਂ ਇੱਕ ਫੋਨ ਆਈ ਸੀ ਇਹਦੇ ਵਿੱਚ ਪ੍ਰੋਪਰ ਕੀਪੈਡ ਛਪੀ ਹੁੰਦੀ ਸੀਗੀ, ਚਾਈਨਾ ਦੇ ਆਏ ਸੀ ਨਾ ਫੋਨ, ਉਹ ਫੋਨਸ ਨੂੰ ਆਪਾਂ ਕਹਿੰਦੇ ਕੁਆਰਟੀ ਕੀਪੈਡ ਫੋਨ ਕਿਹਾ ਕਰਦੇ। ਯਾਦ ਰੱਖਣਾ ਜਿਹੜਾ ਆਪਣਾ ਕੀਬੋਰਡ ਸਿਸਟਮ ਹੁੰਦਾ ਇਹ ਯੂਜ਼ ਕਰਦੇ ਆਪਾਂ ਉਹ ਕਿਹੜਾ ਹੁੰਦਾ ਕੁਆਰਟੀ ਕੀਬੋਰਡ। ਇਹਦੇ ਵਿੱਚ ਕੁਝ ਫੰਕਸ਼ਨਲ ਕੀਜ਼ ਹੁੰਦੀਆਂ ਨੇ, ਜਿਵੇਂ ਫੰਕਸ਼ਨ ਪੜ੍ਹਦੇ ਨੇ ਆਪਾਂ F1 ਤੋਂ ਲੈ ਕੇ F12 12 ਫੰਕਸ਼ਨਲ ਕੀ ਹੁੰਦੇ ਨੇ। ਪੁੱਛਿਆ ਪੇਪਰ ਦੇ ਵਿੱਚ ਵੀ ਕਿੰਨੀਆਂ ਫੰਕਸ਼ਨਲ ਕੀਜ਼ ਹੁੰਦੀਆਂ ਨੇ ਕੀਬੋਰਡ ਵਿੱਚ, ਆਪਾਂ ਕੀ ਜਵਾਬ ਦੇਵਾਂਗੇ 12। F1 ਤੋਂ ਲੈ ਕੇ F12 ਅੱਗੇ ਇਹਨਾਂ ਦੀ ਅੱਗੇ ਸ਼ਾਰਟਕਟ ਮਤਲਬ ਯੂਜ਼ ਕਰਦੇ ਆਪਾਂ ਨਾ, ਜਿਵੇਂ F1 ਹੈਲਪ ਲਈ ਯੂਜ਼ ਕਰਦੇ ਆ, F5 ਰਿਫਰੈਸ਼ ਲਈ ਯੂਜ਼ ਕਰਦੇ ਆ। ਤੇ ਇਸ ਕੀਜ਼ ਦਾ ਹਰ ਜਗ੍ਹਾ ਤੇ ਅਲੱਗ-ਅਲੱਗ ਰੋਲ ਹੈ। ਜਿਵੇਂ F5 ਤੁਸੀਂ ਕਿਤੇ ਦੱਬੋਗੇ ਤਾਂ ਉਹ ਕੁਝ ਹੋਰ ਕੰਮ ਕਰੂਗਾ, ਜੇ ਵਰਡ ਦੇ ਵਿੱਚ ਦੱਬੋਗੇ ਕੁਝ ਹੋਰ ਕੰਮ ਕਰੂਗਾ, ਐਕਸਲ ਦੇ ਵਿੱਚ ਦੱਬੋਗੇ ਕੁਝ ਹੋਰ ਕੰਮ ਕਰੂਗਾ, ਪਾਵਰ ਪੁਆਇੰਟ ਦੇ ਵਿੱਚ ਦੱਬੋਗੇ F5 ਉਹ ਕੁਝ ਹੋਰ ਕੰਮ ਕਰੂਗਾ। ਆਪਾਂ 1 ਬਾय 1 ਸਾਰੀ ਗੱਲਾਂ ਦੇਖਾਂਗੇ। ਹੁਣ ਯਾਦ ਰੱਖਣਾ ਫਿਲਹਾਲ F1 ਕਦ ਲਈ ਯੂਜ਼ ਹੁੰਦਾ ਹੈ ਹੈਲਪ ਲਈ, F5 ਰਿਫਰੈਸ਼ ਲਈ। ਹੁਣ ਮੈਂ ਤੁਹਾਨੂੰ ਦੱਸਿਆ ਵੀ F5 ਵਰਡ ਦੇ ਵਿੱਚ ਕੀ ਕੰਮ ਕਰੂਗਾ ਸਰਚ ਡਾਇਲੌਗ ਬਾਕਸ ਓਪਨ ਕਰ ਦੂਗਾ। ਜਿਵੇਂ ਵਰਡ ਓਪਨ ਕਰਕੇ MS ਵਰਡ ਓਪਨ ਕਰਕੇ F5 ਦਬਾਉਂਗੇ ਤਾਂ ਤੁਹਾਡੇ ਕੋਲ ਇੱਕ ਸਰਚ ਡਾਇਲੌਗ ਬਾਕਸ ਕੀ ਹੋ ਜਾਊਗਾ ਓਪਨ। ਐਕਸਲ ਦੇ ਵਿੱਚ F5 ਕੀ ਕੰਮ ਕਰਦਾ ਹੈ ਗੋ ਟੂ ਡਾਇਲੌਗ ਬਾਕਸ ਓਪਨ ਕਰੂਗਾ। ਵਰਡ ਦੇ ਵਿੱਚ ਸਰਚ ਡਾਇਲੌਗ ਬਾਕਸ, ਐਕਸਲ ਦੇ ਵਿੱਚ ਗੋ ਟੂ ਡਾਇਲੌਗ ਬਾਕਸ। ਤੇ ਸਭ ਤੋਂ ਇੰਪੋਰਟੈਂਟ ਜੋ ਪੇਪਰਾਂ 'ਚ ਅਕਸਰ ਪੁੱਛਦੇ ਨੇ ਵੀ ਪਾਵਰ ਪੁਆਇੰਟ ਦੇ ਵਿੱਚ ਸਲਾਈਡ ਸ਼ੋ ਚਲਾਉਣ ਵਾਸਤੇ ਆਪਾਂ ਨੂੰ ਕਿਹੜੀ ਕੀ ਯੂਜ਼ ਕਰਦੇ ਆਪਾਂ F5। ਮੈਂ ਤੁਹਾਨੂੰ ਪੜਾਇਆ ਸੀ ਪਿੱਛੇ ਵੀ F5 ਕਦ ਲਈ ਯੂਜ਼ ਕਰਦੇ ਆ ਰਿਫਰੈਸ਼ ਲਈ। ਜੇ ਆਪਾਂ ਨਾਰਮਲ ਗੱਲ ਕਰੀਏ ਪਰ ਤੁਸੀਂ ਡੈਸਕਟਾਪ ਓਪਨ ਕਰ ਕੰਪਿਊਟਰ ਦਾ ਜੇ F5 ਦਬੋਗੇ ਤਾਂ ਉਹ ਰਿਫਰੈਸ਼ ਦਾ ਕੰਮ ਕਰੂਗਾ, ਪਰ ਜੇ ਤੁਸੀਂ ਪਾਵਰ ਪੁਆਇੰਟ ਓਪਨ ਕਰਕੇ F5 ਦਬੋਗੇ ਤਾਂ ਉਹ ਸਲਾਈਡ ਸ਼ੋ ਕਰੂਗਾ। ਕੀ ਕਰੂਗਾ ਸਲਾਈਡ ਸ਼ੋ। ਮੈਂ ਫੋਨ ਦੇ ਵਿੱਚ ਦੇਖਦੇ ਆਪਾਂ ਸਲਾਈਡ ਸ਼ੋ ਆਪਸ਼ਨ ਨੂੰ ਚੂਜ਼ ਕਰਦੇ ਹਾਂ ਤਾਂ ਆਪਣੀ ਸਾਰੀਆਂ ਫੋਟੋਜ਼ ਸਲਾਈਡ ਸ਼ੋ ਦੇ ਅੱਗੇ ਇੱਕ ਕਰਕੇ ਸਲਾਈਡ ਅੱਗੇ ਨਿਕਲਦੀ ਰਹਿੰਦੀ ਹੈ। ਤਾਂ ਸਲਾਈਡ ਸ਼ੋ F5 ਯੂਜ਼ ਕਰਦੇ ਹਾਂ ਸਲਾਈਡ ਸ਼ੋ ਦੀ, ਠੀਕ ਹੈ। ਅੱਗੇ ਫਰਦਰ ਪੜਾਂਗੇ ਵੀ ਕਰੰਟ ਸਲਾਈਡ ਤੋਂ ਕਰਨੇ ਤਾਂ ਕਿਹੜੀ ਸ਼ਾਰਟਕਟ ਕੀ ਹੈ, ਫਰੋਮ ਬਿਗਨਿੰਗ ਕਰਨੀ ਹੈ ਤਾਂ ਕਿਹੜੀ ਸ਼ਾਰਟਕਟ ਕੀ ਹੈ, ਉਹ ਅੱਗੇ ਦੀ ਗੱਲਾਂ ਨੇ, ਠੀਕ ਹੈ। ਫਿਲਹਾਲ ਯਾਦ ਰੱਖਣਾ ਵੀ F5 ਕਦ ਯੂਜ਼ ਕਰਦੇ ਆਪਾਂ ਸਲਾਈਡ ਸ਼ੋ ਲਈ। ਤੇ ਇਹਦੇ ਵਿੱਚ ਨੰਬਰ ਕੀਜ਼ ਹੁੰਦੀਆਂ ਨੇ 1 ਤੋਂ ਲੈ ਕੇ 9 ਤੇ ਨਾਲ 0 ਵੀ ਹੁੰਦੀ ਹੈ ਨਾ, ਮਤਲਬ ਕਿ 10 ਨੰਬਰ ਕੀਜ਼ ਹੁੰਦੀਆਂ ਨੇ। ਨਿਊਮੈਰਿਕ ਕੀਜ਼ ਕਹਿ ਲਓ ਨਾ, ਸਪੈਸ਼ਲ ਕੈਰੈਕਟਰ ਹੁੰਦੇ ਨੇ ਜਿਵੇਂ ਐਕਸਕਲੇਮੇਟਰੀ @ ਕਾਪੀਰਾਈਟ ਹੈ ਨਾ ਹੈਸ਼, ਇਹ ਅਲੱਗ-ਅਲੱਗ ਇਹਦੇ ਸਿੰਬਲ ਹੁੰਦੇ, ਇਹ ਕੋਈ ਮਤਲਬ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ। ਇਸ ਤੋਂ ਬਾਅਦ ਟੈਬ ਪੁੱਛਣਗੇ ਵੀ ਟੈਬ ਕੀ ਕਦ ਲਈ ਯੂਜ਼ ਕਰਦੇ ਆ। ਹੁਣ ਮੰਨ ਲਓ ਜਿਹੜਾ ਕੰਪਿਊਟਰ ਵਿੱਚ ਆਪਣਾ ਕਰਸਰ ਹੈ, ਜਿਵੇਂ ਮੈਂ ਟੈਬ ਦਬੂੰਗਾ ਸਪੇਸ ਨਾਲ ਤਾਂ ਕੀ ਹੁੰਦਾ ਇਹ ਇੱਕ ਸਪੇਸ ਅੱਗੇ ਨਿਕਲਦੀ, ਮਤਲਬ
ਆਪਣਾ ਕਰਜ਼ਰ ਇੱਕ ਸਪੇਸ ਅੱਗੇ ਖਿਸਕਦਾ ਰਹਿੰਦਾ ਹੈ। ਪਰ ਜਿਵੇਂ ਆਪਾਂ ਟੈਬ ਦਬੇ ਨਾਲ ਟੈਬ ਨਾਲ ਕੀ ਹੋਊਗਾ, ਇਹ 10-15 ਪਲੇਸ ਅੱਗੇ ਖਿਸਕ ਜੂਗਾ। ਫਿਰ ਦੁਬਾਰਾ ਟੈਬ ਦਬਿਆ ਤੇ ਕਰਜ਼ਰ ਆਪਣਾ ਅੱਗੇ खिसक चुका हूँ। मतलब टैब का यूज करते हैं फॉर गिविंग स्पेस, टैब की यूज फॉर गिविंग स्पेस। ਜਿਹੜੀ ਸਪੇਸ ਬਾਰ ਉਹਨਾਂ ਦਾ ਆਪਾਂ ਇੱਕ ਇੱਕ ਸਪੇਸ ਅੱਗੇ ਨਿਕਲਦੇ ਆ, ਪਰ ਜੇ ਟੈਬ ਦਬਾਂਗੇ ਤਾਂ ਇੱਕੋ ਦਮ ਆਪਣਾ ਥੋੜਾ ਪੇਜ 10-15 ਸਟੈਪ ਅੱਗੇ ਨਿਕਲ ਜੂਗਾ ਤਾਂ ਟੈਬ ਨਾਲ। ਠੀਕ ਹੈ, ਹੁਣ ਯਾਦ ਰੱਖਣੀ ਹੈ ਅੱਗੇ ਆਪਣੇ ਕੋਲ ਕੁਝ ਟੋਗਲ ਕੀਜ਼ ਹੁੰਦੀਆਂ, ਕੀ ਹੁੰਦੀਆਂ ਨੇ? ਟੋਗਲ ਕੀ। ਪੇਪਰ ਦੇ ਪੁੱਛਣਗੇ ਵੀ ਇਹਨਾਂ ਚੋਂ ਕਿਹੜੀ ਟੋਗਲ ਕੀਜ਼ ਹੈਗੀ, ਕਿਹੜੀ ਟੋਗਲ ਕੀ ਨਹੀਂ ਹੈਗੀ, ਤਾਂ ਤੁਸੀਂ ਯਾਦ ਰੱਖਣੀ ਨੇ ਆਪਣੇ ਕੋਲੇ ਕੀਬੋਰਡ ਦੇ 3 ਟੋਗਲ ਕੀ ਹੁੰਦੇ ਨੇ, ਕੈਪਸ ਲੌਕ, ਨੰਬਰ ਲੌਕ ਤੇ ਸਕਰੋਲ ਲੌਕ। ਕੈਪਸ ਲੌਕ, ਨੰਬਰ ਲੌਕ ਤੇ ਇੱਕ ਹੋਰ ਲਿਖ ਲਓ ਸਕਰੋਲ लॉक। जिमें मैं कैप्स लॉक दबूंगा, कैप्स लॉक मतलब कैप्स लॉक ना क्यों, जितने भी लेटर फिर मैं टाइप करूं कैप्स लॉक दब के सारे लेटर कैपिटल्स टाइप होंगे, तो कैप्स लॉक की एक टॉगल की है। नंबर लॉक, जिमें नंबर लॉक के उत्ते बटन दबता तो ਜਿਹੜੀ कीबोर्ड ਦੇ ਵਿੱਚ ਰਾਈਟ ਸਾਈਡ ਤੇ ਨਿਊਮੈਰਿਕ ਕੀਜ਼ ਹੁੰਦੀਆਂ ਜਿਹੜੀਆਂ ਲੱਗੀਆਂ ਬੈਂਕ ਦੇ ਵੀ ਯੂਜ਼ ਕਰਦੇ ਜ਼ਿਆਦਾਤਰ ਉਹ ਅਕਾਊਂਟ ਟਾਈਪ ਕਰਨ ਵਾਸਤੇ ਨਾ, ਉਹ ਸਾਰੇ ਲੋਕ ਲੱਗ ਜਾਣਗੇ, ਫਿਰ ਉਹ ਬਟਨ ਕੰਮ ਕਰਨਾ ਬੰਦ ਕਰ ਦਾਂਗੇ। ਇਸ ਨਾਲ ਨੰਬਰ ਲੌਕ ਨਾਲ। ਸਕਰੋਲ ਲੌਕ, ਮਾਊਸ ਉੱਤੇ ਸਕਰੋਲ ਨਹੀਂ ਕਰਦੇ ਆਪਾਂ, ਪੇਜ ਉੱਪਰ ਨੀਚੇ ਕਰਦੇ ਆ, ਜੇ ਸਕਰੋਲ ਲੌਕ ਕਰਤਾ ਤਾਂ ਉਹ ਪੇਜ ਆਪਣਾ ਉੱਪਰ ਨੀਚੇ ਹੋਣਾ ਬੰਦ ਹੋ ਜਾਊਗਾ। ਯਾਦ ਰੱਖਣਾ 3 ਟੋਗਲ ਕੀਜ਼ ਨੇ, ਕੈਪਸ ਲੌਕ, ਨੰਬਰ ਲੌਕ ਤੇ ਸਕਰੋਲ ਲੌਕ। ਐਵੇਂ ਆਪਣੇ ਕੋਲੇ 3 ਮੋਡੀਫਾਇਰ ਕੀਜ਼ ਵੀ ਨੇ, ਕਿਹੜੀਆਂ? ਆਲਟ, ਕੰਟਰੋਲ ਤੇ ਸ਼ਿਫਟ। ਆਲਟ, ਕੰਟਰੋਲ ਤੇ ਸ਼ਿਫਟ ਆ 3 ਕੀ ਨੇ? ਮੋਡੀਫਾਇਰ ਕੀਜ਼। ਹੁਣ ਦੇਖੋ 3 ਨੇ ਤਾਂ ਪੇਪਰ ਦੇ ਵਿੱਚੋਂ ਕੀ ਕਰਨਗੇ, ਪੁੱਛਣਗੇ ਵੀ ਇਹਨਾਂ ਚੋਂ ਕਿਹੜੀ ਮੋਡੀਫਾਇਰ ਕੀਜ਼ ਨਹੀਂ ਹੈਗੀ, ਲਿਖ ਦਾਂਗੇ ਆਲਟ, ਕੰਟਰੋਲ, ਸ਼ਿਫਟ ਤੇ ਨਾਲ ਕੁਝ ਵੀ ਪਾ ਦਾਂਗੇ, ਕੈਪਸ ਲੌਕ ਪਾਤਾ ਤਾਂ ਆਪਾਂ ਨੂੰ ਪਤਾ ਕੈਪਸ ਲੌਕ ਨਹੀਂ ਹੈਗੀ, ਕੈਪਸ ਲੌਕ ਤਾਂ ਕੀ ਟੋਗਲ ਕੀਜ਼ ਹੈ। ਤੇ ਯਾਦ ਰੱਖਣਾ ਵੀ 3 ਟੋਗਲ ਕੀਜ਼ ਨੇ, ਕਿਹੜੀ? ਨੰਬਰ ਲੌਕ, ਕੈਪਸ ਲੌਕ, ਸਕਰੋਲ ਲੌਕ। 3 ਮੋਡੀਫਾਇਰ ਕੀਜ਼ ਨੇ, ਕਿਹੜੀ? ਆਲਟ, ਕੰਟਰੋਲ ਤੇ ਸ਼ਿਫਟ। ਠੀਕ ਹੈ, ਮੋਡੀਫਾਇਰ ਦਾ मतलब ਕਿ ਜੇ ਮੈਂ ਕੰਟਰੋਲ ਦਬ ਕੇ ਕੋਈ ਹੋਰ ਬਟਨ ਦਬਾਉਂਗਾ, ਮੈਂ ਕੰਟਰੋਲ ਪਲੱਸ ਪੀ ਦਬਦਾ, ਤੁਹਾਨੂੰ ਪਤਾ ਕੰਟਰੋਲ ਪੀ ਕਾਦੀ ਕਮਾਂਡ ਹੈ? ਪ੍ਰਿੰਟ ਦੀ, ਤਾਂ ਨਾਲ ਕੀ ਹੋਊਗਾ ਪ੍ਰਿੰਟ ਹੋਣ ਲੱਗ ਜੂ, मतलब ਪ੍ਰਿੰਟ ਦੀ ਕਮਾਂਡ ਚੱਲੀ ਹੈ ਨਾ। ਜਿਵੇਂ ਸ਼ਿਫਟ ਹੈ, ਸ਼ਿਫਟ ਦਬ ਕੇ ਜੇ ਮੈਂ ਕੋਈ ਵੀ ਲੈਟਰ ਟਾਈਪ ਕਰੂੰਗਾ, ਜੇ ਇਹ ਦਬੂਗਾ ਤਾਂ ਜਿਹੜਾ ਲੈਟਰ ਹੈ मतलब ਸਮਾਲ ਲੈਟਰ ਸੀ ਉਹ ਕੈਪੀਟਲ ਟਾਈਪ ਹੋਣ ਲੱਗ ਜੂਗਾ। ਆਲਟ ਹੈ, ਆਲਟ ਦੇ ਨਾਲ ਜੇ ਆਪਾਂ F4 ਦਬਾਂਗੇ, ਉਹ ਸ਼ਾਰਟਕਟ ਕੀ ਸਾਰੀ ਮੈਂ 1 ਬਾय 1 ਤੁਹਾਨੂੰ ਪੜਾਉਂਗਾ, ਪਰ ਫਿਲਹਾਲ ਦੱਸ ਸਮਝਾਉਣ ਲਈ ਵੀ ਆਲਟ ਪਲੱਸ F4 ਦਬਾਂਗੇ ਤਾਂ ਆਪਣੀ ਵਿੰਡੋ ਕੀ ਹੋ ਜੂਗੀ, ਕਲੋਜ਼ ਹੋ ਜੂਗੀ, ਹੈ ਨਾ। ਤੇ ਪੁੱਛਿਆ ਜੇ ਸਭ ਤੋਂ ਵੱਡੀ ਕੀ ਕਿਹੜੀ ਕੰਪਿਊਟਰ ਦੇ ਵਿੱਚ, ਕੀਬੋਰਡ ਦੇ ਵਿੱਚ, ਤਾਂ ਆਪਾਂ ਕੀ ਜਵਾਬ ਹੈ? ਸਪੇਸ ਬਾਰ। ਸਪੇਸ ਬਾਰ ਕੀਬੋਰਡ ਦੀ ਸਭ ਤੋਂ ਵੱਡੀ ਕੀ ਹੈ। ਇੱਕ ਬਟਨ ਹੁੰਦਾ ਜੀ ਪ੍ਰਿੰਟ ਸਕਰੀਨ, ਜੇ ਪੁੱਛਿਆ ਵੀ ਪੇਪਰ ਦੇ ਵਿੱਚ ਵੀ ਸਕਰੀਨਸ਼ਾਟ ਲੈਣ ਵਾਸਤੇ ਆਪਾਂ ਕਿਹੜੀ ਕੀ ਯੂਜ਼ ਕਰਦੇ, ਤਾਂ ਆਪਾਂ ਕੀ ਪ੍ਰਿੰਟ ਸਕਰੀਨ। ਤੇ ਸਕਰੀਨਸ਼ਾਟ ਲਈ ਕਹਿ ਸਕਦੇ ਹੋ ਜਾਂ ਪ੍ਰਿੰਟ ਸਕਰੀਨ ਵਾਸਤੇ ਤਾਂ ਕਿਹੜੀ ਸ਼ਾਰਟਕਟ ਕੀ ਹੈ? ਪ੍ਰਿੰਟ ਸਕਰੀਨ। ਨੈਕਸਟ ਆਪਾਂ ਦੇਖਦੇ ਹਾਂ ਬੈਕ ਸਪੇਸ। ਇੱਕ ਕੀਬੋਰਡ ਦੇ ਵਿੱਚ ਕੀ ਦੇਖੀਏ, ਬੈਕ ਸਪੇਸ। ਬੈਕ ਸਪੇਸ ਕੀ ਹੁੰਦਾ ਹੈ? ਮੰਨ ਲਓ ਜੋ ਵੀ ਕਰਸਰ ਹੈ, ਇੱਥੇ ਕਰਸਰ ਹੈ, ਮੰਨ ਲਓ ਇੱਥੇ ਮੈਂ ABCD ਲਿਖਿਆ ਹੋਇਆ, ਤਾਂ ਜਿਵੇਂ ਮੈਂ ਬੈਕ ਸਪੇਸ ਦਬੂੰਗਾ ਆ D ਕੀ ਹੋ ਜਾਊਗਾ? ਇਰੇਜ਼ ਹੋ ਜਾਊਗਾ। ਫਿਰ ਦੁਬਾਰਾ ਬੈਕ ਸਪੇਸ ਦਬੂੰਗਾ, ਫਿਰ C ਇਰੇਜ਼ ਹੋ ਜਾਊਗਾ। ਸਮਝ ਗੱਲ? ਬੈਕ ਸਪੇਸ ਕੀ ਕਰਦਾ ਹੈ? ਇੱਕ ਲੈਟਰ ਨੂੰ ਇਰੇਜ਼ ਕਰਦਾ ਹੈ, ਬਟ ਟੂ ਦਾ ਲੈਫਟ ਆਫ ਕਰਸਰ। ਬੈਕ ਸਪੇਸ ਕੀ ਕਰਦਾ ਹੈ? 1 by 1 ਲੈਟਰ ਟੂ ਦਾ ਲੈਫਟ ਆਫ ਕਰਸਰ ਕੀ ਕਰਦਾ ਹੈ? ਲੈਫਟ ਆਫ ਕਰਸਰ। वन बाय वन लेटर टू द लेफ्ट ऑफ कर्सर। बैक स्पेस ना क्या होता है? एक लेटर इरेज होता है टू द लेफ्ट ऑफ कर्सर, कर्सर ਦੇ ਲੈਫਟ ਸਾਈਡ ਤੇ। ਠੀਕ ਹੈ, ਜੇ ਮੈਂ ਇੱਥੇ ਹੀ ਯੂਜ਼ ਕਰਾਂ ਕੰਟਰੋਲ ਦੇ ਨਾਲ ਬੈਕ ਸਪੇਸ ਦਬਦਾ, ਕੱਲਾ ਬੈਕ ਸਪੇਸ ਨਹੀਂ, ਬੈਕ ਸਪੇਸ ਤੇ क्या ਇੱਕ ਲੈਟਰ ਲੈਫਟ ਨੂੰ ਇਰੇਜ਼ ਕਰਦੇ, ਪਰ ਜੇ ਮੈਂ ਕੰਟਰੋਲ ਦੇ ਨਾਲ ਬੈਕ ਸਪੇਸ ਦਬਦਾ ਤਾਂ ਇਹ ਕੀ ਕਰੂਗਾ? ਕੰਪਲੀਟ ਵਰਡ, ਮੰਨ ਲਓ ਮੈਂ 2-3 ਵਰਡ ਲਿਖੇ, 1 2 3 4 ਵਰਡ ਲਿਖੇ, ਠੀਕ ਹੈ, ਜੇ ਮੈਂ ਕੰਟਰੋਲ ਦੇ ਨਾਲ ਬੈਕ ਸਪੇਸ ਦਬਦਾ ਪੂਰਾ ਵਰਡ ਇਰੇਜ਼ ਕਰ ਦੂਗਾ। फिर आप पूरा वर्ड इरेज होगा, लेटर नहीं इरेज होगा। बैक स्पेस ਨਾਲ ਤਾਂ ਇੱਕ ਲੈਟਰ ਇਰੇਜ਼ ਕਰਦਾ ਸੀਗਾ, ਪਰ ਜੇ ਮੈਂ ਕੰਟਰੋਲ ਦੇ ਨਾਲ ਬੈਕ ਸਪੇਸ ਦਬੂਗਾ ਤਾਂ ਪੂਰਾ ਵਰਡ ਇਰੇਜ਼ ਹੋਣ ਲੱਗ ਜੂਗਾ ਟੂ ਦਾ ਲੈਫਟ ਆਫ ਕਰਸਰ। ਯਾਦ ਰੱਖਣਾ ਹੈ। ਐਵੇਂ ਡਿਲੀਟ ਕੀ ਦੇ ਨਾਲ ਕੀ ਹੁੰਦਾ ਜੀ, ਮੰਨ ਲਓ ਆ ਕਰਸਰ ਹੈ, ਜੇ ਮੈਂ ਡਿਲੀਟ ਬਟਨ ਦਬੂਗਾ ਤਾਂ ਇਹਦੇ ਨਾਲ ਕੀ ਹੋਊਗਾ? ਕਰਸਰ ਦੇ ਰਾਈਟ ਸਾਈਡ ਤੇ ਜਿੰਨੇ ਵੀ ਲੈਟਰ ਹੋਣਗੇ ਉਹ 1 by 1 ਇਰੇਜ਼ ਹੋਣਗੇ। ਡਿਲੀਟ ਨਾਲ ਕੀ ਹੋਊਗਾ? 1 by 1 ਲੈਟਰ ਟੂ ਦਾ ਰਾਈਟ ਆਫ ਕਰਸਰ। डिलीट की करता है? एक लेटर डिलीट करता है टू द राइट ऑफ कर्सर। बैक स्पेस की करता है? लेटर डिलीट करता है टू द लेफ्ट ऑफ कर्सर। कंट्रोल प्लस बैक स्पेस की करूंगा पूरा वर्ड इरेज करूंगा टू द लेफ्ट ऑफ कर्सर। ते कंट्रोल प्लस डिलीट की करूंगा पूरा वर्ड डिलीट करूंगा, कंप्लीट वर्ड टू द राइट ऑफ कर्सर। याद रखना है। तो 4 चीजें पढ़ी ने। बैक स्पेस की करता है? एक लेटर इरेज करता है टू द लेफ्ट। कंट्रोल बैक स्पेस की करूंगा कंप्लीट वर्ड इरेज टू द लेफ्ट ऑफ पूरा वर्ड। डिलीट की करता है? 1 by 1 लेटर टू द राइट। कंट्रोल डिलीट की करूंगा पूरा वर्ड टू द राइट ऑफ कर्सर।
ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮਾਊਸ ਦੀ। ਤਾਂ ਆਪਾਂ ਗੱਲ ਕਰਦੇ ਹਾਂ ਮਾਊਸ ਦੀ। ਮਾਊਸ ਨੂੰ ਇਨਵੈਂਟ ਕਿਹਨੇ ਕੀਤਾ ਸੀਗਾ? ਡਗਲਸ ਐਂਗਲਬਰਟ ਨੇ। ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਪੁੱਛਣਗੇ ਵੀ ਮਾਊਸ ਡਿਸਕਵਰਡ ਬਾਈ, ਤਾਂ ਆਪਾਂ ਕੀ ਜਵਾਬ ਦੇਣਾ? ਡਗਲਸ ਐਂਗਲਬਰਟ। ਕਦੋਂ? 1963 ਦੇ ਵਿੱਚ। 1963 ਦੇ ਵਿੱਚ। ਤੇ ਜਿਹੜਾ ਇਹਨੇ ਮਾਊਸ ਡਿਸਕਵਰ ਕੀਤਾ ਸੀ ਉਹ ਇੱਕ ਤਰ੍ਹਾਂ ਦਾ ਵੁਡਨ ਮਾਊਸ ਸੀਗਾ। ਕਿਹੜਾ ਮਾਊਸ ਸੀਗਾ? ਵੁਡਨ ਮਾਊਸ। ਜੋ ਇਹਨੇ ਮਾਊਸ ਡਿਸਕਵਰ ਕੀਤਾ ਸੀ ਉਹ ਕਿਹੜਾ ਸੀਗਾ? ਵੁਡਨ ਮਾਊਸ। ਤੇ ਯਾਦ ਰੱਖਣਾ ਜਿਹੜੇ ਮਾਊਸ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਆਪਾਂ ਦੇਖੇ ਨੇ। ਪਹਿਲਾਂ ਤਾਂ ਹੁੰਦੇ ਸੀ ਰੋਲਿੰਗ ਬਾਲ, ਜਿਨ੍ਹਾਂ ਨੀਚੇ ਮਾਊਸ ਦੇ ਨੀਚੇ ਇੱਕ ਬਾਲ ਲੱਗੀ ਹੁੰਦੀ ਸੀ ਗੋਲ ਕਲਰ ਦੀ, ਠੀਕ ਹੈ, ਉਹ ਹੁੰਦੇ ਸੀਗੇ ਮਕੈਨੀਕਲ ਮਾਊਸ। ਕਿਹੜੇ ਮਾਊਸ ਹੁੰਦੇ ਸੀਗੇ? ਮਕੈਨੀਕਲ। ਬਟ ਜਿਹੜੇ ਅੱਜ ਕੱਲ ਆਪਾਂ ਯੂਜ਼ ਕਰਦੇ ਹਾਂ ਉਹਦੇ ਨੀਚੇ ਕੀ ਲੱਗੀ ਹੁੰਦੀ? LED। ਕੀ ਲੱਗੀ ਹੁੰਦੀ ਹੈ? LED। ਤੇ ਉਹ ਕਿਹੜੇ ਹੁੰਦੇ? ਆਪਟੀਕਲ ਮਾਊਸ। ਤੁਸੀਂ ਦੇਖਿਆ ਨਾ ਉਹਦੇ ਨੀਚੇ ਲਾਈਟ ਜੀ ਲੱਗੀ ਹੁੰਦੀ ਹੈ ਰੈੱਡ ਕਲਰ ਦੀ, ਉਹ ਕਿਹੜੇ ਮਾਊਸ ਹੁੰਦੇ ਨੇ? ਆਪਟੀਕਲ ਮਾਊਸ। ਤਾਂ ਫਿਲਹਾਲ ਇਹ ਯਾਦ ਰੱਖਣਾ ਵੀ ਮਾਊਸ ਕਿਹਨੇ ਖੋਜ ਕੀਤੀ ਸੀ? ਡਗਲਸ ਐਂਗਲਬਰਟ ਨੇ। 1963 ਦੇ। ਵੁਡਨ ਮਾਊਸ ਸੀਗਾ। ਤੇ ਮਾਊਸ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਆਪਟੀਕਲ ਮਾਊਸ ਤੇ ਇੱਕ ਮਕੈਨੀਕਲ ਮਾਊਸ। ਮਕੈਨੀਕਲ ਮਾਊਸ ਦੇ ਨੀਚੇ ਬਾਲ ਲੱਗੀ ਹੁੰਦੀ ਸੀ, ਆਪਟੀਕਲ ਮਾਊਸ ਦੇ ਨੀਚੇ ਤਾਂ ਲੱਗੀ ਹੁੰਦੀ ਹੈ ਲਾਈਟ ਲੱਗੀ ਹੁੰਦੀ ਹੈ, LED ਲੱਗੀ ਹੁੰਦੀ ਹੈ, ਠੀਕ ਹੈ। ਅੱਜ ਦੀ ਕਲਾਸ ਆਪਾਂ ਇੰਨਾ ਹੀ ਪੜਾਂਗੇ। ਹੁਣ ਦੇਖੋ ਤੁਸੀਂ ਕਲਾਸ ਲਾ ਕੇ ਦੇਖ ਹੀ ਲਿਆਉਣਾ ਵੀ ਆਪਾਂ ਬਿਲਕੁਲ ਬੇਸਿਕ ਤੋਂ ਲੈ ਕੇ ਫੁੱਲ ਐਡਵਾਂਸ ਲੈਵਲ ਤੱਕ ਕਰਾਂਗੇ। ਜੇ ਤੁਸੀਂ ਇੱਥੋਂ ਕੁਐਸਚਨ ਕਰ ਲਏ ਕਿਸੇ ਵੀ ਹੋਰ ਬੁੱਕ ਜਾਂ ਕਿਸੇ ਵੀ ਹੋਰ ਸੋਰਸ ਤੋਂ ਤੁਹਾਨੂੰ ਕੰਪਿਊਟਰ ਕਰਨ ਦੀ ਕੋਈ ਵੀ ਲੋੜ ਨਹੀਂ ਹੈਗੀ। ਮੈਂ ਦੁਬਾਰੇ ਫੇਰ ਦੱਸ ਰਿਹਾ ਤੁਹਾਨੂੰ, ਅੱਗੇ ਵਾਲੇ ਪੇਪਰਾਂ ਜਿੰਨੇ ਪੇਪਰ ਹੋਣੇ, ਕੋਈ ਕੋਆਪਰੇਟਿਵ ਬੈਂਕ ਦਾ ਹੋਇਆ, ਪਟਵਾਰੀ ਦੀ ਹੋਰ ਨਵੀਂ ਵੈਕੈਂਸੀਜ਼ ਆ ਰਹੀਆਂ ਹਨ, ਸਬ ਇੰਸਪੈਕਟਰ ਦਾ ਪੇਪਰ ਹਜੇ ਪਏ, ਤਾਂ ਉਹਦੇ ਵਿੱਚ ਡਿਸਾਈਡਿੰਗ ਫੈਕਟਰ ਕੰਪਿਊਟਰ ਹੀ ਹੋਊਗਾ। ਮੈਂ ਫੇਰ ਦੱਸ ਰਿਹਾ ਤੁਹਾਨੂੰ, ਨਾਲ ਥਿਉਰੀ ਤੇ ਨਾਲ MCQ ਪੂਰਾ ਬੇਸਿਕ ਤੋਂ ਲੈ ਕੇ ਪੂਰਾ ਐਡਵਾਂਸ ਲੈਵਲ ਤੱਕ ਆਪਾਂ ਕਰਾਂਗੇ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਸਾਰਿਆਂ ਨੂੰ।